ਹੈਲੋ एवरीवन ਅੱਜ ਅਸੀਂ ਹੈਲਥ ਅਵੇਅਰਨੈਸ ਦਾ ਲੈਕਚਰ 3rd ਦੇਖਾਂਗੇ। ਇਸ ਵਿੱਚ ਜੋ ਆਪਾਂ ਡਿਸਕਸ ਕਰਨਾ ਅੱਜ ਪੂਅਰ ਨਿਊਟ੍ਰੀਸ਼ਨ ਡਿਸਕਸ ਕਰਨਾ। ਇਸ ਤੋਂ ਇਲਾਵਾ ਇੱਕ ਹੋਰ ਟੌਪਿਕ ਆਪਣਾ ਵੈਜੀਟੇਰੀਅਨ ਡਾਈਟ, ਦੋਨਾਂ ਬਾਰੇ ਆਪਾਂ ਡਿਸਕਸ ਕਰਾਂਗੇ। ਸੋ ਸਭ ਤੋਂ ਪਹਿਲੇ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਵਟ ਇਜ਼ ਅ ਕੋਆਪਰੇਟਿਵ, ਕਿਉਂਕਿ ਤੁਸੀਂ ਸੋਚ ਰਹੇ ਹੋਵੋਗੇ ਕਿ ਆਪਾਂ ਤਾਂ ਚਲੋ ਪੂਅਰ ਨਿਊਟ੍ਰੀਸ਼ਨ ਡਿਸਕਸ ਕਰ ਰਹੇ ਹਾਂ ਤੇ ਇਸ 'ਚ ਕੋਆਪਰੇਟਿਵ ਦਾ ਕੀ ਮਤਲਬ ਆ ਗਿਆ। ਮੈਂ ਤੁਹਾਨੂੰ ਦੱਸਾਂਗਾ ਕਿਵੇਂ ਲਿੰਕ ਕਰੇਗਾ। ਪਹਿਲੇ ਸਮਝਣ ਦੀ ਕੋਸ਼ਿਸ਼ ਕਰੋ ਕਿ ਕੋਆਪਰੇਟਿਵ ਕੀ ਹੁੰਦਾ ਹੈ। ਕਹਿੰਦੇ ਕੋਆਪਰੇਟਿਵ ਇਜ਼ ਦਾ ਸਪੈਸ਼ਲ ਟਾਈਪ ਆਫ ਐਂਟਰਪ੍ਰਾਈਜ਼ਿਸ, ਇਟ ਇਜ਼ ਅ ਸੋਸ਼ਲ ਐਂਟਰਪ੍ਰਾਈਜ਼ਿਸ ਡਨ। ਤਾਂ ਇਹ ਕੀ ਕਰਦਾ, ਬੈਲੈਂਸ ਕਰਦਾ ਕਿੰਨਾ ਦੋ ਆਬਜੈਕਟਿਵ ਨੂੰ। ਤਾਂ ਦੇਖੋ ਮੈਂਬਰਸ ਦੀ ਨੀਡਸ ਨੂੰ, ਠੀਕ ਹੈ, ਸੈਟਿਸਫਾਈ ਦੀ ਮੈਂਬਰਸ ਦੀ ਨੀਡਸ ਐਂਡ ਪਰਸੂਇੰਗ ਦੀ ਪ੍ਰੋਫਿਟ ਐਂਡ ਸਸਟੇਨੇਬਿਲਿਟੀ, ਠੀਕ ਹੈ। ਇਹ ਦੋ ਚੀਜ਼ਾਂ ਨੂੰ ਸੈਟਿਸਫਾਈ ਕਰੇਗਾ। ਇੱਕ ਤਾਂ ਲੋਕਾਂ ਦੀ ਜ਼ਰੂਰਤਾਂ ਨੂੰ, ਦੂਜੀ ਚੀਜ਼ ਪ੍ਰੋਫਿਟ ਨੂੰ। ਮਤਲਬ ਕਿ ਇਹ ਪ੍ਰੋਫਿਟ ਵੀ ਹੋਏਗਾ ਜਿਹਦੇ ਨਾਲ ਪੂਰਾ ਐਂਟਰਪ੍ਰਾਈਜ਼ ਚੱਲੇਗਾ, ਯਾਨੀ ਕਿ ਇੱਕ ਤਰ੍ਹਾਂ ਦਾ ਬੈਲੈਂਸ ਕਰਨ ਦੀ ਕੋਸ਼ਿਸ਼ ਕਰਦਾ, ਠੀਕ ਹੈ ਫਰੈਂਡਸ। ਇਹ ਸਾਨੂੰ ਜਿਹੜੇ ਕੋਆਪਰੇਟਿਵ ਸੈਕਟਰ ਆ ਹਰੇਕ ਥਾਂ 'ਤੇ ਦੇਖਣ ਨੂੰ ਮਿਲਦੇ ਆ। ਓਕੇ, ਐਗਰੀਕਲਚਰ ਐਂਡ ਫੂਡ ਕੋਆਪਰੇਟਿਵਸ ਕੈਨ ਬੀ ਰਜਿਸਟਰਡ ਕੋਆਪਰੇਟਿਵਸ ਹੁੰਦੇ ਆ ਔਰ ਦੇ ਮੇ ਟੇਕ ਅਦਰ ਨੇਮਸ ਔਰ ਫॉर्म्स, ਠੀਕ ਹੈ। ਪ੍ਰੋਡਿਊਸਰ ਆਰਗੇਨਾਈਜੇਸ਼ਨਸ ਹੁੰਦੇ ਆ, ਸੈਲਫ ਹੈਲਪ ਗਰੁੱਪਸ ਹੁੰਦੇ ਆ, ਯੂਨੀਅਨ ਐਂਡ ਫੈਡਰੇਸ਼ਨ ਆਫ ਪ੍ਰੋਡਿਊਸਰਸ ਹੁੰਦੇ ਆ, ਚੈਂਬਰ ਆਫ ਐਗਰੀਕਲਚਰ ਹੁੰਦੇ ਆ। ਸੋ ਇਸ ਤਰੀਕੇ ਦੇ ਨਾਮ ਰੱਖ ਕੇ ਆਪਾਂ ਕੋਆਪਰੇਟਿਵ ਸੈਕਟਰ ਨੂੰ ਚਲਾਇਆ ਜਾ ਸਕਦਾ। ਕਹਿੰਦੇ ਕੋਆਪਰੇਟਿਵ ਹਰ ਇੱਕ ਕੰਟਰੀ 'ਚ ਪ੍ਰੈਜ਼ੈਂਟ ਹੈ ਅਤੇ ਸੈਕਟਰ 'ਚ ਪ੍ਰੈਜ਼ੈਂਟ ਹੈ ਡਨ। ਇਹ ਜੇ ਆਪਾਂ ਗੱਲ ਕਰੀਏ ਐਗਰੀਕਲਚਰ 'ਚ, ਉਸ 'ਚ ਵੀ ਪ੍ਰੈਜ਼ੈਂਟ ਹੈ, ਫੂਡ 'ਚ ਵੀ ਪ੍ਰੈਜ਼ੈਂਟ ਹੈ, ਫਾਈਨੈਂਸ 'ਚ ਵੀ ਪ੍ਰੈਜ਼ੈਂਟ ਹੈ, ਹੈਲਥ ਕੇਅਰ 'ਚ ਵੀ ਪ੍ਰੈਜ਼ੈਂਟ ਹੈ, ਮਾਰਕੀਟਿੰਗ 'ਚ ਵੀ ਪ੍ਰੈਜ਼ੈਂਟ ਹੈ, ਇੰਸ਼ੋਰੈਂਸ 'ਚ ਵੀ ਪ੍ਰੈਜ਼ੈਂਟ ਹੈ, ਕ੍ਰੈਡਿਟ 'ਚ ਵੀ ਪ੍ਰੈਜ਼ੈਂਟ ਹੈ, ਠੀਕ ਹੈ। ਕਹਿੰਦੇ ਇਟ ਇਜ਼ ਐਸਟੀਮੇਟਿਡ ਡੈਟ 1 ਮਿਲੀਅਨ ਇੰਡੀਵਿਜੂਅਲਸ, ਇਹ ਆਪਾਂ ਐਸਟੀਮੇਟ ਕਰ ਰਹੇ ਹਾਂ ਕਿ 1 ਬਿਲੀਅਨ ਇੰਡੀਵਿਜੂਅਲਸ ਆਰ ਮੈਂਬਰ ਨੇ ਕੋਆਪਰੇਟਿਵ ਸੈਕਟਰ ਦੇ, ਜੇ ਆਪਾਂ ਪੂਰੇ ਵਰਲਡ ਵਾਈਡ ਦੇਖੀਏ। ਅਤੇ ਇਸ ਦੇ ਨਾਲ ਫਾਇਦਾ ਕੀ ਹੋ ਰਿਹਾ, 10 ਕਰੋੜ ਜੋਬਸ ਨਿਕਲ ਕੇ ਸਾਹਮਣੇ ਆਉਂਦੀ ਹੈ ਪੂਰੇ ਵਰਲਡ ਵਿੱਚ। ਇਨ ਐਗਰੀਕਲਚਰ, ਫੋਰੈਸਟਰੀ, ਫਿਸ਼ਿੰਗ, ਲਾਈਵ ਸਟੋਕ ਮੈਂਬਰ ਪਾਰਟੀਸਪੇਟ ਕਰਦੇ ਹਨ ਪ੍ਰੋਡਕਸ਼ਨ ਵਿੱਚ, ਪ੍ਰੋਫਿਟ ਸ਼ੇਅਰਿੰਗ ਵਿੱਚ, ਕੋਸਟ ਸੇਵਿੰਗ ਵਿੱਚ, ਰਿਸਕ ਸ਼ੇਅਰਿੰਗ ਵਿੱਚ, ਦੈਨ ਇਨਕਮ ਜਨਰੇਟਿੰਗ ਐਕਟੀਵਿਟੀਜ਼ ਵਿੱਚ। ਅਤੇ ਇਹਦੇ ਨਾਲ ਹੁੰਦਾ ਕੀ ਹੈ, ਕਹਿੰਦੇ ਡੈਟ ਲੀਡ ਟੂ ਬੈਟਰ ਬਾਰਗਨਿੰਗ ਪਾਵਰ ਫॉर ਮੈਂਬਰਸ ਹੈਜ਼ ਐਜ਼ ਬਾਇਰਸ ਐਂਡ ਸੈਲਰਸ ਇਨ ਦਾ ਮਾਰਕੀਟ ਪਲੇਸ ਡਨ। ਕਹਿੰਦੇ ਕੁਝ ਸਕਸੈਸ ਸਟੋਰੀਜ਼ ਦੇਖਣ ਨੂੰ ਮਿਲਦੀ ਹੈ ਸਾਨੂੰ ਅਰਾਊਂਡ ਦੀ ਵਰਲਡ ਹੈਵ ਸ਼ੋਨ ਡੈਟ ਰੂਰਲ ਇੰਸਟੀਟਿਊਸ਼ਨਸ ਲਾਈਕ ਦੀ ਪ੍ਰੋਡਿਊਸਰ ਆਰਗੇਨਾਈਜੇਸ਼ਨ ਐਂਡ ਕੋਆਪਰੇਟਿਵ ਕੰਟਰੀਬਿਊਟ ਟੂ ਫੂਡ ਸਿਕਿਉਰਿਟੀ ਬਾਈ ਦੀ ਹੈਲਪਿੰਗ ਸਮੋਲ ਫਾਰਮਰਸ। ਕਹਿੰਦੇ ਕਾਫੀ ਸਟੋਰੀਜ਼ ਐਸੇ ਦੇਖਣ ਨੂੰ ਮਿਲਦੇ ਜਿਸ ਵਿੱਚ ਜਿਹੜੇ ਰੂਰਲ ਇੰਸਟੀਟਿਊਸ਼ਨ ਹੁੰਦੇ, ਜਿਵੇਂ ਪ੍ਰੋਡਿਊਸਰ ਆਰਗੇਨਾਈਜੇਸ਼ਨ ਹੁੰਦੇ ਆ, ਕੋਆਪਰੇਟਿਵ ਸੈਕਟਰ ਹੁੰਦਾ ਡਨ। ਉਹ ਕੀ ਕਰਦਾ, ਜਿਹੜੇ ਸਮੋਲ ਫਾਰਮਰਸ ਉਹਨਾਂ ਦੀ ਹੈਲਪਿੰਗ ਕਰਦਾ ਡਨ। ਫਿਸ਼ਰ ਫੋਕਸ ਦੀ ਹੈਲਪ ਕਰਦਾ, ਲਾਈਵ ਸਟੋਕ ਕੀਪਰਸ ਦੀ ਹੈਲਪ ਕਰਦੇ ਨੇ, ਫੋਰੈਸਟ ਹੋਲਡਰ ਦੀ ਹੈਲਪ ਕਰਦੇ ਨੇ, ਕੁਝ ਅਦਰ ਪ੍ਰੋਡਿਊਸਰ ਨੇ ਜਿਹੜੇ ਸਮੋਲ ਪ੍ਰੋਡਿਊਸਰਸ ਨੇ ਉਹਨਾਂ ਦੀ ਹੈਲਪ ਕਰਦੇ ਨੇ। ਕਿਸ ਤਰ੍ਹਾਂ, ਟੂ ਅਸੈਸ ਦੀ ਇਨਫੋਰਮੇਸ਼ਨ, ਟੂਲਸ, ਸਰਵਿਸਿਜ਼ ਦੇ ਨੀਡ, ਠੀਕ ਹੈ। ਸੋ ਦਿਸ ਅਲਾਉ ਦੀ ਦੈਮ ਟੂ ਇਨਕਰੀਜ਼ ਦੀ ਫੂਡ ਪ੍ਰੋਡਕਸ਼ਨ। ਇਸ ਨਾਲ ਹੁੰਦਾ ਕੀ ਹੈ, ਫੂਡ ਪ੍ਰੋਡਕਸ਼ਨ ਇਨਕਰੀਜ਼ ਹੁੰਦਾ, ਮਾਰਕੀਟ ਦੇਅਰ ਗੁਡਸ ਐਂਡ ਕ੍ਰੀਏਟ ਦੀ ਜੋਬਸ। ਸੋ ਪੂਰਾ ਸਰਕਲ ਹੈ, ਠੀਕ ਹੈ। ਅਤੇ ਇਹਦੇ ਨਾਲ ਇੰਪਰੂਵ ਹੁੰਦੀ ਹੈ ਸਾਡੀ ਲਿਵਲੀਹੁੱਡ, ਠੀਕ ਹੈ, ਲਾਈਵਲੀਹੁੱਡ ਕਹਿ ਲਓ, ਇਨਕਰੀਜ਼ ਦੀ ਫੂਡ ਸਿਕਿਉਰਿਟੀ ਇਨ ਦਾ ਵਰਲਡ। ਓਕੇ, ਕਹਿੰਦੇ ਐਕੂਮੂਲੇਟਿਡ ਰਿਸਰਚ ਐਂਡ ਐਕਸਪੀਰੀਅੰਸ ਸ਼ੋ ਡੈਟ ਵਾਈਲ ਸਮੋਲ ਫਾਰਮਰਸ ਐਕਟਿੰਗ ਅਲੋਨ ਡਿਡ ਨਾਟ ਬੈਨੀਫਿਟ ਫਰੋਮ ਦੀ ਹਾਈਅਰ ਫੂਡ ਪ੍ਰਾਈਸਿਸ। ਕਹਿੰਦੇ ਦੇਖਿਆ ਗਿਆ ਹੈ ਕਿ ਜਿਹੜੇ ਸਮੋਲ ਫਾਰਮਰ ਹੁੰਦੇ ਆ, ਮਤਲਬ ਕਿ ਉਹ ਬੈਨੀਫਿਟ ਲੈ ਹੀ ਨਹੀਂ ਪਾਉਂਦੇ ਹਾਈਅਰ ਫੂਡ ਪ੍ਰਾਈਸਿਸ ਦੀ, ਸਮਝੇ। ਕਹਿੰਦੇ ਦੋਸ ਐਕਟਿੰਗ ਕਲੈਕਟਿਵਲੀ ਇਨ ਅ ਸਟਰੋਂਗ ਪ੍ਰੋਡਿਊਸਰ ਆਰਗੇਨਾਈਜੇਸ਼ਨ ਐਂਡ ਕੋਆਪਰੇਟਿਵ ਵੇਅਰ ਬੈਟਰ ਏਬਲ ਟੂ ਟੇਕ ਦੀ ਐਡਵਾਂਟੇਜ ਆਫ ਦੀ ਮਾਰਕੀਟ ਓਪਰਚੁਨਿਟੀਜ਼। ਕਹਿੰਦੇ ਜਿਹੜੇ ਹਾਈਅਰ ਫੂਡ ਪ੍ਰਾਈਸਿਸ ਹੁੰਦੇ ਉਹਨਾਂ ਦੇ ਐਡਵਾਂਟੇਜ ਨਹੀਂ ਲੈ ਪਾਉਂਦੇ, ਸਮਝ ਰਹੇ ਹੋ ਨਾ, ਜਿਹੜੇ ਫਾਰਮਰਸ ਹੈ, ਸਮੋਲ ਫਾਰਮਰਸ ਹੈ। ਅਤੇ ਇਹਨਾਂ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ ਕਿ ਇਹਨਾਂ ਨੂੰ ਆਪਣੀ ਜਿਹੜੀ ਪਾਵਰ ਹੈ ਉਹ ਕਲੈਕਟਿਵਲੀ ਸਟਰੋਂਗ ਕਰ ਲੈਣੀ ਚਾਹੀਦੀ ਹੈ। ਯਾਨੀ ਕਿ ਇੱਕ ਬੰਦਾ ਜੇ ਬੈਨੀਫਿਟ ਨਹੀਂ ਲੈ ਪਾ ਰਿਹਾ ਤਾਂ ਬਾਕੀ ਬੰਦੇ ਵੀ ਨਾਲ ਰਲਣ ਤਾਂ ਕਿ ਉਹਦਾ ਬੈਨੀਫਿਟ ਲਿੱਤਾ ਜਾ ਸਕੇ ਡਨ। ਅਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ, ਕਹਿੰਦੇ ਇਸ ਦੇ ਨਾਲ ਹੀ ਇੰਟਰਨੈਸ਼ਨਲ ਈਅਰ ਆਫ ਕੋਆਪਰੇਟਿਵ ਮਨਾਇਆ ਜਾਂਦਾ ਹੈ, 2012 ਦਾ ਮਨਾਇਆ ਗਿਆ, ਸੈਲੀਬ੍ਰੇਟ ਕੀਤਾ ਯੂਨੀਕ ਰੋਲ ਡੈਟ ਇਜ਼ ਦ ਬਿਜ਼ਨਸ ਮਾਡਲ ਵਿਦ ਦੀ ਸੋਸ਼ਲ ਕੋਸਾਇੰਸ ਪਲੇ ਇਨ ਆਵਰ ਮਾਡਰਨ ਵਰਲਡ ਫੂਡ ਡੇ ਮਨਾਇਆ ਜਾਂਦਾ 2012। ਸ਼ਾਈਨਸ ਆ ਲਾਈਟ ਐਂਡ ਐਗਰੀਕਲਚਰ ਕੋਆਪਰੇਟਿਵ ਇਨ ਪਰਟੀਕੂਲਰ ਐਂਡ ਦੇਅਰ ਕੰਟਰੀਬਿਊਸ਼ਨ ਟੂ ਪਾਵਰਟੀ ਐਂਡ ਹੰਗਰ ਰਿਡਕਸ਼ਨ। ਸੋ ਇਹਨਾਂ ਕੋਆਪਰੇਟਿਵ ਸੈਕਟਰ ਨੇ ਪਾਵਰਟੀ ਵਿੱਚ ਵੀ ਕੰਮ ਕੀਤਾ ਅਤੇ ਹੰਗਰ ਵਿੱਚ ਵੀ ਕੰਮ ਕੀਤਾ। ਅਤੇ ਜੇ ਆਪਾਂ ਐਗਰੀਕਲਚਰ ਅਤੇ ਫੂਡ ਕੋਆਪਰੇਟਿਵ ਦੀ ਗੱਲ ਕਰੀਏ, ਆਲਰੇਡੀ ਮੇਜਰ ਟੂਲ ਨੇ ਅੰਗੇਜ ਦੀ ਪਾਵਰ ਐਂਡ ਹੰਗਰ ਦੇ। ਤੋ ਜੋ ਆਪਾਂ ਨੇ ਇਸ ਦੀ ਗੱਲ ਕੀਤੀ ਤਾਂ ਇਹ ਕਿਸ ਚੀਜ਼ ਨੂੰ ਅਫੈਕਟ ਕਰ ਰਹੇ ਨੇ, ਕਿਹੜੇ ਕਿਹੜੇ ਗਰੁੱਪਸ ਨੂੰ ਅਫੈਕਟ ਕਰਦੇ ਨੇ। ਇਹ ਇਨਫੈਂਟਸ ਐਂਡ ਦ ਏਜ ਆਫ ਦੀ 2 years, ਚਿਲਡਰਨ ਐਂਡ ਐਡੋਲੈਸੈਂਟਸ, ਠੀਕ ਹੈ, ਪ੍ਰੈਗਨੈਂਟ ਵੂਮਨ ਐਂਡ ਨਰਸਿੰਗ ਮਦਰਸ। ਸੋ ਇਹਨਾਂ ਗਰੁੱਪਸ ਨੂੰ ਅਫੈਕਟ ਕਰਦੇ ਨੇ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਹੰਗਰ ਹੈ ਉਹ ਇਹਨਾਂ ਚੀਜ਼ਾਂ ਨੂੰ ਹੈਲਪ ਕਰ ਰਹੀ ਹੈ, ਠੀਕ ਹੈ। ਮਤਲਬ ਕਹਿਣ ਦਾ ਭਾਵ ਜਿਹੜੇ ਕੋਆਪਰੇਟਿਵ ਸੈਕਟਰ ਹੈ ਦੈਨ ਉਹ ਆਪਣੇ ਟੂਲਸ ਦੁਆਰਾ ਪਾਵਰਟੀ ਅਤੇ ਹੰਗਰ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤਾਂ ਉਸ ਵਿੱਚ ਕਿਹੜੇ ਕਿਹੜੇ ਗਰੁੱਪਸ ਆਉਂਦੇ, ਇਹ ਸਾਰੇ ਗਰੁੱਪਸ ਆਉਂਦੇ ਹੈ। ਤਾਂ ਆਪਾਂ ਹੁਣ ਤਾਂ ਜਿੰਨੀ ਵੀ ਗੱਲ ਕੀਤੀ ਇਸ ਵਿੱਚ ਇਹ ਚੀਜ਼ ਦੇਖਣ ਨੂੰ ਮਿਲ ਹੀ ਰਹੀ ਹੈ ਕਿ ਹੰਗਰਨੈਸ ਦੇਖਣ ਨੂੰ ਮਿਲ ਰਹੀ, ਪਾਵਰਟੀ ਦੇਖਣ ਨੂੰ ਮਿਲ ਰਹੀ ਹੈ। ਇਸ ਦਾ ਸਭ ਤੋਂ ਵੱਡਾ ਮੇਜਰ ਰੀਜ਼ਨ ਕੀ ਹੈ ਜੇ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਉਹ ਕੀ ਹੈ, ਮਾਲ ਨਿਊਟ੍ਰੀਸ਼ਨ, ਠੀਕ ਹੈ। ਮਾਲ ਨਿਊਟ੍ਰੀਸ਼ਨ ਹੈ ਤਾਂ ਮਾਲ ਨਿਊਟ੍ਰੀਸ਼ਨ ਹੁੰਦਾ ਕੀ ਹੈ ਇਹ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਹ ਕਹਿੰਦੇ ਮਾਲ ਨਿਊਟ੍ਰੀਸ਼ਨ ਟੇਕਸ ਦੀ 3 forms ਇਨਕਲੂਡਿੰਗ
ਤੇ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ। ਕਹਿੰਦੇ ਮਾਲਨਿਊਟ੍ਰੀਸ਼ਨ ਮੀਨਸ ਬੈਡਲੀ ਨਰਿਸ਼ਡ ਬਟ ਇਜ਼ ਮੋਰ ਦੈਨ ਅ ਮੇਜਰ ਆਫ ਵਟ ਵੀ ਈਟ ਔਰ ਫੇਲ ਟੂ ਈਟ। ਕਹਿੰਦੇ ਗੱਲ ਇਹ ਆ ਜਾਂਦੀ ਹੈ ਸਾਹਮਣੇ ਕਿ ਆਪਾਂ ਇਹ ਚੀਜ਼ ਮੇਜਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਕੀ ਖਾ ਰਹੇ ਨੇ ਅਤੇ ਉਹ ਕੀ ਖਾ ਨਹੀਂ ਪਾ ਰਹੇ ਨੇ। ਡਨ। ਤਾਂ ਉਸ ਨੂੰ ਆਪਾਂ ਮੇਜਰ ਕਰਦੇ ਹਾਂ। ਜੋ ਮੇਜਰ 'ਚ ਰਿਜ਼ਲਟ ਨਿਕਲ ਕੇ ਆਉਂਦਾ ਹੈ, ਜੇ ਉਸ ਵਿੱਚ ਜਿਹੜੀ ਨੋਰਮਲ ਡਾਈਟ ਹੈ ਜੇ ਉਸ ਵਿੱਚ ਘਾਟਾ ਦਿਖਾਈ ਦੇ ਰਿਹਾ ਜਿਸ ਕਰਕੇ ਉਹ ਚੀਜ਼ਾਂ ਨਹੀਂ ਖਾ ਪਾ ਰਹੇ ਜੋ ਉਹਨਾਂ ਨੂੰ ਖਾਣੀਆਂ ਚਾਹੀਦੀਆਂ, ਉਸ ਨੂੰ ਆਪਾਂ ਕਹਾਂਗੇ ਮਾਲਨਿਊਟ੍ਰੀਸ਼ਨ। ਨਹੀਂ, ਮਾਲਨਿਊਟ੍ਰੀਸ਼ਨ ਇਜ਼ characterized by the inadequate intake of the protein, energy, and micronutrients, and by frequent infections and diseases. Starved of the right nutrition, people will die from the common infections like the measles and diarrhea. Malnutrition is measured not by how much food is eaten, by the physical measurements of the body weight or height and the age and laboratory analysis of the blood। ਕਹਿੰਦੇ ਗੱਲ ਇਹ ਨਹੀਂ ਹੈ ਕਿ ਮਾਲਨਿਊਟ੍ਰੀਸ਼ਨ ਮੇਜਰ ਆਪਾਂ ਸਿਰਫ ਖਾਣੇ ਤੋਂ ਕਰ ਸਕਦੇ ਹਾਂ ਜਾਂ ਕਿਸੇ ਫੂਡ ਤੋਂ ਕਰ ਸਕਦੇ ਹਾਂ। ਨਹੀਂ, ਕਹਿੰਦਾ ਕੋਈ ਜਿਹੜਾ ਮਰਜ਼ੀ ਤੁਸੀਂ ਰੱਜ ਕੇ ਫੂਡ ਕਰ ਲਓ। ਇਵੇਂ ਤਾਂ ਜਿਹੜੇ ਅਮੀਰ ਘਰ ਦੇ ਬੱਚੇ ਨੇ ਜਾਂ ਨੋਰਮਲ, ਅਮੀਰ ਨੂੰ ਛੱਡੋ, ਚਲੋ ਮੈਂ ਆਪਾਂ ਨੋਰਮਲ ਇਨਵਾਇਰਮੈਂਟ ਦੀ ਗੱਲ ਕਰ ਲੈਂਦੇ ਹਾਂ, ਉਹ ਫਾਸਟ ਫੂਡ ਜ਼ਿਆਦਾ ਖਾਂਦੇ ਨੇ, ਠੀਕ ਹੈ। ਅਤੇ ਨੋਰਮਲ ਜਿਹੜਾ ਘਰ ਦਾ ਖਾਣਾ ਹੁੰਦਾ ਨਹੀਂ ਖਾਂਦੇ ਨੇ, ਉਹਨਾਂ ਨੂੰ ਆਪਾਂ ਮਾਲਨਿਊਟ੍ਰੀਸ਼ਨ ਕਹਿ ਸਕਦੇ ਹਾਂ। ਉਸ ਤੋਂ ਸਫਰ ਕਰ ਰਹੇ ਨੇ, ਠੀਕ ਹੈ। ਕਾਨੇ ਵਰਗੇ ਹੋ ਜਾਂਦੇ ਨੇ, ਸਰੀਰ ਉਹਨਾਂ ਦਾ ਬਿਲਕੁਲ ਪਤਲਾ ਹੋ ਜਾਂਦਾ, ਅਤੇ ਜਿਹੜੀਆਂ ਨਿੱਕੀ ਨਿੱਕੀ ਬਿਮਾਰੀਆਂ ਉਹਨਾਂ ਨੂੰ ਲੱਗ ਜਾਂਦੀਆਂ ਤਾਂ ਉਹ ਸਫਰ ਕਰਦੇ ਨੇ ਉਸ ਤੋਂ। ਮਤਲਬ ਸਪੋਜ਼ ਕਰੋ ਕਈਆਂ ਨੂੰ ਬੁਖਾਰ ਹੋ ਜਾਂਦਾ ਅਤੇ ਬੁਖਾਰ ਕੋਈ ਲੋਕ ਝੱਲ ਲੈਂਦੇ ਨੇ ਜਿਨ੍ਹਾਂ ਦਾ ਮਤਲਬ ਇਮਿਊਨ ਸਿਸਟਮ ਸਟਰੋਂਗ ਹੁੰਦਾ, ਅਤੇ ਕਈ ਨਹੀਂ ਚੱਲ ਪਾਉਂਦੇ। ਕਿਤੇ ਨਾ ਕਿਤੇ ਖਾਣੇ ਦੀ ਪ੍ਰੋਬਲਮ ਆ ਜਾਂਦੀ ਹੈ। ਹੋਰ ਕਾਫੀ ਬਿਮਾਰੀਆਂ ਐਸੀਆਂ, ਡਾਇਰੀਆ ਦੀ ਬਿਮਾਰੀ ਹੈ, ਮਿਸਲਸ ਦੀ ਬਿਮਾਰੀ ਹੈ, ਜੋ ਨਹੀਂ ਚੱਲ ਪਾਉਂਦੇ। ਤਾਂ ਆਪਾਂ ਮਾਲਨਿਊਟ੍ਰੀਸ਼ਨ ਇਸ ਦਾ ਮਤਲਬ ਇਹ ਨਹੀਂ ਹੈ ਕਿ ਜੋ ਗਰੀਬ ਲੋਕ ਹੈ ਉਹਨਾਂ ਵਾਸਤੇ ਹੀ ਹੈ, ਬਾਕੀਆਂ ਵਾਸਤੇ ਵੀ ਹੈ। ਮਗਰ ਆਪਣੇ ਸਮਾਜ ਵਿੱਚ ਦੇਖਿਆ ਜਾਂਦਾ ਹੈ ਕਿ ਜਿਹੜੇ ਗਰੀਬ ਲੋਕ ਹੈ ਉਹ ਜ਼ਿਆਦਾ ਇਸ ਨੂੰ ਸਫਰ ਕਰ ਰਹੇ ਨੇ। ਡਨ। ਹੁਣ ਇੱਕ ਹੁੰਦਾ ਮਾਲਨਿਊਟ੍ਰੀਸ਼ਨ, ਠੀਕ ਹੈ। ਦੂਜਾ ਇੱਕ ਟਾਈਪ ਹੁੰਦਾ, ਜਿਵੇਂ ਤੁਹਾਨੂੰ ਮੈਂ ਕਿਹਾ ਨਾ ਮਾਲਨਿਊਟ੍ਰੀਸ਼ਨ ਦੇ 3 ਟਾਈਪਸ ਹੈ, 3 ਫਾਰਮਸ ਹੈ। ਤਾਂ ਦੂਜਾ ਟਾਈਪ ਕਿਹੜਾ? ਅੰਡਰ ਨਰਿਸ਼ਮੈਂਟ, ਠੀਕ ਹੈ। ਕਿਹੜਾ? ਅੰਡਰ ਨਰਿਸ਼ਮੈਂਟ। ਕਹਿੰਦੇ ਅੰਡਰ ਨਰਿਸ਼ਮੈਂਟ ਇਜ਼ ਯੂਜ਼ ਟੂ ਡਿਸਕ੍ਰਾਈਬ ਦੀ ਸਟੇਟਸ ਆਫ ਦੀ ਪੀਪਲ who food intake does not include the enough calories। ਕਹਿੰਦੇ ਅੰਡਰ ਨਿਊਰਿਸ਼ਮੈਂਟ ਦਾ ਮਤਲਬ ਇਹ ਹੋ ਗਿਆ ਕਿ ਇੰਨੀਆਂ ਕੈਲਰੀਜ਼ ਨਹੀਂ ਲੈ ਰਹੇ ਜਿੰਨੀਆਂ ਉਹਨਾਂ ਨੂੰ ਲੈਣਾ ਚਾਹੀਦੀਆਂ ਸੀ। ਦੈਨ ਤਾਂ ਉਹ ਸਾਰੇ ਅੰਡਰ ਨਿਊਰਿਸ਼ਮੈਂਟ ਵਿੱਚ ਆ ਜਾਣਗੇ। ਓਕੇ, ਮਤਲਬ ਕਿ ਉਹਨਾਂ ਨੂੰ ਉਨਾ ਫੂਡ ਲੈਣਾ ਚਾਹੀਦਾ ਸੀ, ਉਹ ਉਨਾ ਫੂਡ ਮਤਲਬ ਸਪੋਜ਼ ਕਰ ਤੁਹਾਨੂੰ ਇੱਕ ਦਿਨ 'ਚ ਇੰਨੀ ਕੈਲਰੀਜ਼ ਚਾਹੀਦੀਆਂ, ਬਟ ਤੁਸੀਂ ਇੰਨੀਆਂ ਕੈਲਰੀਜ਼ ਨਹੀਂ ਲੈ ਪਾ ਰਹੇ, ਤਾਂ ਤੁਸੀਂ ਕਿਸ ਅੰਡਰ ਆਓਗੇ? ਅੰਡਰ ਨਿਊਰਿਸ਼ਮੈਂਟ ਦੇ ਅੰਡਰ ਆਓਗੇ, ਠੀਕ ਹੈ। ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਅੱਗੇ, ਤਾਂ ਕਿ ਤੁਸੀਂ ਮੀਟ ਕਰ ਸਕੋ ਮਿਨੀਮਮ ਸਾਈਕੋਲੋਜੀਕਲ ਨੀਡਸ ਆਫ ਐਨ ਐਕਟਿਵ ਲਾਈਫ ਐਟ ਪ੍ਰੈਜ਼ੈਂਟ। ਕਹਿੰਦੇ ਦੇਅਰ ਆਰ 1.02 ਬਿਲੀਅਨ ਅੰਡਰ ਨਰਿਸ਼ਮੈਂਟ ਪੀਪਲ ਨੇ ਵਰਲਡ ਵਾਈਡ ਵਿੱਚ। ਮੋਸਟ ਆਫ ਦੈਮ ਇਨ ਡਿਵੈਲਪਿੰਗ ਕੰਟਰੀ। ਜ਼ਿਆਦਾਤਰ ਸਾਨੂੰ ਡਿਵੈਲਪਿੰਗ ਕੰਟਰੀ 'ਚ ਦੇਖਿਆ ਜਾ ਰਿਹਾ, ਤਾਂ ਡਿਵੈਲਪਿੰਗ ਕੰਟਰੀ 'ਚ ਤਾਂ ਇੰਡੀਆ ਵੀ ਆਉਂਦਾ, ਸੋ ਆਪਣੇ ਇੰਡੀਆ ਵਿੱਚ ਤਾਂ ਹੈ ਹੀ ਹੈ। ਓਕੇ, ਸੋ ਜਿਹੜਾ ਉੱਪਰਲਾ ਮਾਲਨਿਊਟ੍ਰੀਸ਼ਨ ਸੀ ਉਹ ਮੇਜਰ ਕਿਵੇਂ ਕੀਤਾ ਜਾਂਦਾ ਹੈ? ਇਕੱਲੇ ਫੂਡ ਨਾਲ ਹੀ ਮੇਜਰ ਕੀਤਾ ਜਾਂਦਾ, ਉਹ ਫਿਜ਼ੀਕਲ ਮੇਜਰਮੈਂਟਸ ਕੀਤੇ ਜਾਂਦੇ, ਜਿਵੇਂ ਬੋਡੀ ਦਾ ਵੇਟ ਦੇਖਿਆ ਜਾਂਦਾ, ਹਾਈਟ ਦੇਖੀ ਜਾਂਦੀ, ਏਜ ਦੇਖੀ ਜਾਂਦੀ, ਲੈਬੋਰਟਰੀ ਐਨਾਲਾਈਸਿਸ ਕੀਤਾ ਜਾਂਦਾ, ਤਾਂ ਪਤਾ ਲੱਗਦਾ। ਉਸ ਤੋਂ ਬਾਅਦ ਕਹਿੰਦੇ ਅਨਬੈਲੈਂਸ ਮਾਲਨਿਊਟ੍ਰੀਸ਼ਨ। ਅਨਬੈਲੈਂਸਡ ਮਾਲਨਿਊਟ੍ਰੀਸ਼ਨ ਦਾ ਮਤਲਬ ਇਹ ਹੋ ਗਿਆ ਇਜ਼ ਦ ਨਿਊਟ੍ਰੀਸ਼ਨ ਡੈਟ ਇਜ਼ ਵੇਅਰ ਈਟਿੰਗ ਸਰਟੇਨ ਟਾਈਪਸ ਆਫ ਦੀ ਫੂਡਸ ਮੋਸਟ ਆਫ ਦੇ ਅਦਰ ਸੱਚ ਐਸ ਕਾਰਬੋਹਾਈਡਰੇਟਸ ਔਰ ਫੈਟ ਲੀਡਿੰਗ ਟੂ ਦ ਐਮਰਜੈਂਸ ਆਫ ਕ੍ਰੋਨਿਕ ਡਿਸੀਜ਼ਸ ਇੰਕਲੂਡਿੰਗ ਦੀ ਓਬੈਸਿਟੀ ਐਂਡ ਹਾਰਟ ਡਿਸੀਜ਼। ਅਨਬੈਲੈਂਸਡ ਨਿਊਟ੍ਰੀਸ਼ਨ ਦਾ ਮਤਲਬ ਇਹ ਹੋ ਗਿਆ ਕਿ ਜੋ ਮਰਜ਼ੀ ਖਾਈ ਜਾ ਰਹੇ ਹੋ ਤੁਸੀਂ, ਤਲਿਆ ਹੋਇਆ ਫੂਡ ਵੀ ਖਾ ਰਹੇ ਹੋ, ਠੀਕ ਹੈ, ਕੱਚਾ ਫੂਡ ਵੀ ਖਾ ਰਹੇ ਹੋ, ਪਤਾ ਨਹੀਂ ਕਿੰਨਾ ਕੁਝ ਬਸ ਖਾਈ ਜਾ ਰਹੇ ਹੋ ਤੁਸੀਂ। ਉਹਦੇ ਨਾਲ ਪ੍ਰੋਬਲਮ ਕੀ ਆ ਰਹੀ ਹੈ? ਹਾਰਟ ਅਟੈਕ ਦੀ ਬਿਮਾਰੀਆਂ ਹੋ ਰਹੀਆਂ, ਹਾਈਪਰ ਟੈਂਸ਼ਨ ਹੋ ਰਿਹਾ, ਦੈਨ ਠੀਕ ਹੈ। ਸੋ ਜੇ ਆਪਾਂ ਫੈਕਟਰਸ ਦੇਖੀਏ ਮਾਲਨਿਊਟ੍ਰੀਸ਼ਨ ਤੋਂ ਕੀ ਨਿਕਲ ਕੇ ਸਾਹਮਣੇ ਆਉਂਦੇ ਉਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਕਹਿੰਦੇ ਮਾਲਨਿਊਟ੍ਰੀਸ਼ਨ ਕਵਰ ਦੀ ਰੇਂਜ ਆਫ ਪ੍ਰੋਬਲਮ ਸੱਚ ਐਜ਼ ਦ ਬੀਂਗ ਡੇਂਜਰਸਲੀ ਥਿਨ, ਬੀਂਗ ਟੂ ਸ਼ੋਰਟ ਫॉर वन ਏਜ, ਬੀਂਗ ਡੈਫੀਸ਼ੀਐਂਟ ਇਨ ਵਿਟਾਮਿਨਸ ਐਂਡ ਮਿਨਰਲਸ ਸੱਚ ਐਜ਼ ਲੈਕਿੰਗ ਆਇਰਨ ਹੋ ਜਾਂਦਾ ਵਿਚ ਮੇਕਸ ਯੂ ਐਨੈਮਿਕ, ਠੀਕ ਹੈ, ਔਰ ਇਵਨ ਬੀਂਗ ਟੂ ਫੈਟ ਓਬੈਸਿਟੀ। ਮਾਈਕਰੋਨਿਊਟ੍ਰੀਐਂਟ 'ਚ ਕੀ ਹੁੰਦਾ? ਵਿਟਾਮਿਨ ਅਤੇ ਮਿਨਰਲ ਦੀ ਡੈਫੀਸ਼ੈਂਸੀ ਹੋ ਜਾਂਦੀ ਹੈ, ਠੀਕ ਹੈ। ਅਤੇ ਆਪਣੇ ਵਰਲਡ ਵਾਈਡ 'ਚ ਘੱਟੋ ਘੱਟ 2 ਬਿਲੀਅਨ ਲੋਕ ਇਸ ਚੀਜ਼ ਦੇ ਸ਼ਿਕਾਰ ਹੈ। According to World Health Organization, deficiencies of iron, vitamin A and zinc rank among the top 10 leading causes of the death of the through the diseases in developing countries। ਕਹਿੰਦੇ 3 ਚੀਜ਼ਾਂ ਇੱਕ ਐਸੀਆਂ ਨੇ ਜੋ ਮੇਨ ਕਾਰਨ ਬਣ ਰਹੀਆਂ ਮੌਤ ਦਾ, ਠੀਕ ਹੈ। ਮੌਤ ਦਾ ਡੈਥ ਦਾ ਮੇਨ ਕਾਰਨ ਬਣ ਰਹੀਆਂ ਨੇ ਕਿੱਥੇ? ਡਿਵੈਲਪਿੰਗ ਕੰਟਰੀ ਵਿੱਚ। ਜਿਹੜੇ ਆਪਣੇ ਆਲਰੇਡੀ ਐਗਜ਼ਾਮਪਲ ਹੈ ਇੰਡੀਆ ਵਿੱਚ ਵਿਟਾਮਿਨ ਏ ਦੀ ਕਮੀ ਦੇਖੀ ਜਾ ਰਹੀ ਹੈ ਬੱਚਿਆਂ ਵਿੱਚ, ਆਇਰਨ ਦੀ ਕਮੀ ਦੇਖੀ ਜਾ ਰਹੀ ਹੈ, ਜ਼ਿੰਕ ਰੈਂਕ ਦੀ ਕਮੀ ਦੇਖੀ ਜਾ ਰਹੀ ਹੈ। ਓਕੇ, ਸੋ ਜ਼ਿੰਕ ਦੀ ਕਮੀ ਦੇਖੀ ਜਾ ਰਹੀ ਹੈ। ਇਹ 3 ਚੀਜ਼ਾਂ ਟੌਪ 3 'ਤੇ ਰੈਂਕ ਕਰ ਰਹੀਆਂ ਨੇ। ਕਹਿੰਦੇ ਆਇਰਨ ਡੈਫੀਸ਼ੀਐਂਸੀ ਇਜ਼ ਦ ਮੋਸਟ ਪ੍ਰੀਵਲੈਂਟ ਫਾਰਮ ਆਫ ਦੀ ਮਾਲਨਿਊਟ੍ਰੀਸ਼ਨ, ਅਫੈਕਟ ਦੀ ਬਿਲੀਅਨ ਆਫ ਦੀ ਪੀਪਲ ਵਰਲਡ ਵਾਈਡ। ਆਇਰਨ ਡੈਫੀਸ਼ੀਐਂਸੀ ਡੈਮੇਜ ਦ ਕੰਟਰੀਜ਼ ਪ੍ਰੋਡਕਟਿਵਿਟੀ ਐਂਡ ਇੰਪੇਡਸ ਦੀ ਕੋਗਨੀਟਿਵ ਡਿਵੈਲਪਮੈਂਟ। ਵਿਟਾਮਿਨ ਏ ਡੈਫੀਸ਼ੀਐਂਸੀ ਇਜ਼ ਦ ਲੀਡਿੰਗ ਕੋਜ਼ of the child blindness across the developing countries, so million children are born mentally impaired।
ਤੁਸੀਂ ਦੇਖਿਆ ਹੀ ਹੋਣਾ, ਬਿਕੋਜ਼ देयर ਮਦਰ ਡੂ ਨਾਟ ਕੰਜ਼ਿਊਮ ਇਨਫ ਆਇਓਡੀਨ ਡਿਊਰਿੰਗ ਪ੍ਰੈਗਨੈਂਸੀ। ਜ਼ਿੰਕ ਡੈਫੀਸ਼ੀਐਂਸੀ ਕੰਟਰੀਬਿਊਟ ਟੂ ਦ ਗਰੋਥ ਫੇਲੀਅਰ ਐਂਡ ਵੀਕਨ ਇਮਿਊਨਿਟੀ ਸੋ ਇਨ ਯੰਗ ਚਿਲਡਰਨ ਇਟ ਰਿਜ਼ਲਟ ਮੇ ਲੀਡ ਟੂ ਡੈਥ ਆਫ ਦੀ ਹੰਡਰਡਸ ਆਫ ਥਾਊਜ਼ੈਂਡਸ ਆਫ ਚਿਲਡਰਨ ਪਰ ਈਅਰ। ਤੋ ਕਹਿੰਦੇ ਆਇਰਨ ਡੈਫੀਸ਼ੀਐਂਸੀ ਤੁਹਾਨੂੰ ਮੈਂ ਦੱਸ ਚੁੱਕਾ ਕਿ ਉਹਦੇ ਕਰਕੇ ਵੀ ਕਈ ਲੋਕਾਂ ਦੀ ਮੌਤਾਂ ਹੋ ਰਹੀਆਂ ਨੇ। ਦੈਨ ਵਿਟਾਮਿਨ ਏ ਦੀ ਬਿਮਾਰੀ ਕਰਕੇ ਚਾਈਲਡ ਬਲਾਈਂਡਨੈਸ ਹੋ ਜਾਂਦਾ, ਜਿਹਦੇ ਕਰਕੇ ਬੜੇ ਲੋਕੀ ਮੈਂਟਲੀ ਇੰਪੇਅਰਡ ਪੈਦਾ ਹੋ ਰਹੇ ਨੇ। ਠੀਕ ਹੈ, ਜ਼ਿੰਕ ਦੀ ਡੈਫੀਸ਼ੀਐਂਸੀ ਕਰਕੇ ਕੀ ਹੋ ਰਿਹਾ, ਇਮਿਊਨਿਟੀ ਸਿਸਟਮ ਵੀਕ ਹੋ ਰਿਹਾ। ਸਮਝੇ? ਹੁਣ ਜੇ ਆਪਾਂ ਕਹਿੰਦੇ ਐਟ ਦਾ ਲੋਕਲ ਲੈਵਲ ਦੇਖੀਏ, ਦ ਕਿੰਗਡਮ ਆਫ ਦੀ ਸਾਊਥੀ ਅਰੇਬੀਆ ਇਜ਼ ਦ ਵਨ ਆਫ ਦੀ ਲਾਰਜੈਸਟ ਫੂਡ ਇੰਪੋਰਟਰ। ਕਹਿੰਦੇ ਜਿਹੜਾ ਸਾਊਥੀ ਅਰੇਬੀਆ ਉਹ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਇੱਕ ਲਾਰਜੈਸਟ ਫੂਡ ਇੰਪੋਰਟਰ ਹੈ, ਯਾਨੀ ਸਭ ਤੋਂ ਜ਼ਿਆਦਾ ਫੂਡ ਇੰਪੋਰਟ ਹੀ ਕਰਦਾ। ਅਤੇ ਐਂਡ ਦਾ ਸਾਊਥੀ ਸੋਸਾਇਟੀ ਇਜ਼ ਦ ਰੈਕਨਡ ਆ ਕੰਜ਼ਿਊਮਰ ਸੋਸਾਇਟੀ। So consequently, a number of diseases associated with the dietary behavior indicating the incidence of the malnutrition. So ਜੇ ਆਪਾਂ ਆਲਰੇਡੀ ਆਪਾਂ ਫੂਡ ਇੰਪੋਰਟ ਹੀ ਕਰਾ ਰਹੇ ਹਾਂ ਤਾਂ ਉੱਥੇ ਮਾਲਨਿਊਟ੍ਰੀਸ਼ਨ ਦੇ ਜਿਹੜੇ ਕੇਸਿਸ ਨੇ ਜ਼ਿਆਦਾ ਸਾਨੂੰ ਦੇਖਣ ਨੂੰ ਮਿਲ ਸਕਦੇ ਨੇ। ਠੀਕ ਹੈ, ਸੋ ਉਸ ਥਾਂ 'ਤੇ ਸਾਨੂੰ ਕਰੋਨਿਕ ਡਿਜ਼ੀਜ਼ ਦੇਖਣ ਨੂੰ ਮਿਲ ਸਕਦੀ ਹੈ, ਹਾਰਟ ਡਿਜ਼ੀਜ਼ ਦੀ, ਡਾਇਬਟੀਜ਼, ਬਲੱਡ ਪ੍ਰੈਸ਼ਰ, ਟੂਥ ਡੈਕੇ, ਥਿਨਨੈਸ, ਐਨੀਮੀਆ, ਓਸਟੀਓਪੋਰੋਸਿਸ। ਠੀਕ ਹੈ, ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਦਾ ਅੰਡਰਲਾਈਂਗ ਕੋਸ ਆਫ ਆਲ ਸੱਚ ਡਿਸੀਜ਼ ਇਜ਼ ਪਰਸੂਇੰਗ ਬੈਡ ਡਾਈਟਰੀ ਹੈਬਿਟਸ ਲਾਈਕ ਦੀ ਈਟਿੰਗ ਫੈਟੀ ਫੂਡਸ, ਯੂਜ਼ਿੰਗ ਸੈਚੂਰੇਟਿਡ ਫੈਟਸ, ਫਾਸਟ ਫੂਡਸ, ਜਸਟ ਟੂ ਮੈਂਸ਼ਨ ਸਮ। ਸੋ ਇਸ ਤਰ੍ਹਾਂ ਦੇ ਜਿਹੜੇ ਫੂਡਸ ਆ ਉਹ ਵੀ ਨੁਕਸਾਨ ਪਹੁੰਚਾ ਹੀ ਰਹੇ ਹੈ। ਵੈਸੇ ਵੀ ਜੇ ਕੋਈ ਇੰਪੋਰਟਰ ਹੈ, ਫੂਡ ਇੰਪੋਰਟਰ ਹੈ, ਉੱਥੇ ਵੀ ਇਹ ਬਿਮਾਰੀਆਂ ਦੇਖਣ ਨੂੰ ਮਿਲਦੀਆਂ ਹੀ ਮਿਲਦੀਆਂ, ਕਿਉਂਕਿ ਆਪਾਂ ਫੂਡ ਇੰਪੋਰਟ ਕਰ ਰਹੇ ਹਾਂ। ਤਾਂ ਜੇ ਆਪਾਂ ਫੂਡ ਇੰਪੋਰਟ ਕਰ ਰਹੇ ਹਾਂ ਤਾਂ ਆਪਣੇ ਕੋਲ ਸਰਪਲਸ ਤਾਂ ਹੋਏਗਾ ਨਹੀਂ, ਉਨਾ ਹੀ ਫੂਡ ਇੰਪੋਰਟ ਕਰਾਂਗੇ। ਇਸ ਦਾ ਮਤਲਬ ਹਰੇਕ ਕੋਲ ਤਾਂ ਪਹੁੰਚੇਗਾ ਨਹੀਂ ਚੀਜ਼, ਹਰੇਕ ਕੋਲ ਪਹੁੰਚੇਗੀ ਨਹੀਂ, ਪਹੁੰਚੇਗੀ ਹਰੇਕ ਕੋਲ ਚੀਜ਼। ਕਹਿੰਦੇ ਇਹਦੇ ਸੋਲੂਸ਼ਨਸ ਕੀ ਹੈ? ਕਹਿੰਦੇ ਇਨ ਵਿਊ ਆਫ ਦੀ ਕੰਟੀਨਿਊ ਰਾਈਜ਼ ਆਫ ਦੀ ਪ੍ਰਾਈਸਿਸ ਆਫ ਦੀ ਬੇਸਿਕ ਕਮੋਡਿਟੀਜ਼। ਕਹਿੰਦੇ ਜੇ ਆਪਾਂ ਦੇਖੀਏ ਬੇਸਿਕ ਕਮੋਡਿਟੀਜ਼ ਦੇ ਪ੍ਰਾਈਸਿਸ ਰਾਈਜ਼ ਹੀ ਹੁੰਦੇ ਜਾ ਰਹੇ ਦਿਨੋਂ ਦਿਨ। ਕਹਿੰਦੇ ਔਨ ਵਿੱਚ ਦਾ ਫੈਮਿਲੀ ਡਿਪੈਂਡ, ਜਿਨ੍ਹਾਂ 'ਤੇ ਡਿਪੈਂਡ ਹੈ ਫੈਮਿਲੀ ਸਾਡੀ, ਤਾਂ ਵੀ ਹੈਵ ਟੂ ਫਾਈਂਡ ਅ ਰੈਡੀਕਲ ਐਂਡ ਵਾਈਬਲ ਸੋਲੂਸ਼ਨ। We have to find the radical and viable solutions in an endeavor to evade the negative effects of the rise in prices on the health of the individuals and accordingly families who are unable to keep the pace with such high prices or afford the basic commodities. It should be noted, however, that the global crisis could be good opportunity for bringing about significant changes for the advantage of our society. Food scientists have long been calling for improving the consumer lifestyle, so the status quo is turning out to be best time to make use of the crisis in solving our health problem and make a breakthrough in this domain. So ਜੋ ਤੁਹਾਨੂੰ ਮੈਂ ਇਸ ਪੂਰੇ ਸੋਲੂਸ਼ਨ 'ਚ ਮੈਂ ਸਾਫ਼ ਤੁਹਾਨੂੰ ਮੈਂ ਦੱਸ ਦੇਵਾਂ ਕਿ ਗੱਲ ਹੈ ਕਿ ਸਾਨੂੰ ਇਹਦਾ ਸੋਲੂਸ਼ਨ ਦੇਖਣ ਦੀ ਲੋੜ ਹੈ ਕਿ ਮੰਨ ਲਓ ਕਿ ਬੇਸਿਕ ਕਮੋਡਿਟੀਜ਼ ਦੇ ਇੰਨੇ ਹਾਲ ਮਾੜੇ ਹੋ ਰਹੇ ਹੈ, ਇੰਨੇ ਪ੍ਰਾਈਸਿਸ ਵੱਧ ਰਹੇ ਹੈ, ਤਾਂ ਸਾਨੂੰ ਇਹਦਾ ਸੋਲੂਸ਼ਨ ਲੱਭਣ ਦੀ ਲੋੜ ਹੈ, ਸਾਨੂੰ ਇਹਨਾਂ ਦੇ ਦੇਖਣ ਦੀ ਲੋੜ ਹੈ। ਅਤੇ ਸਾਡੇ ਜਿਹੜੇ ਸਾਇੰਟਿਸਟ ਉਹ ਆਲਰੇਡੀ ਸਾਨੂੰ ਕਹਿ ਹੀ ਰਹੇ ਹੈ ਕਿ ਸਾਨੂੰ ਆਪਣੇ ਜਿਹੜਾ ਲਾਈਫ ਸਟਾਈਲ ਹੈ ਖਾਣ ਪੀਣ ਦਾ ਉਹ ਬਦਲਣ ਦੀ ਲੋੜ ਹੈ। ਮਤਲਬ ਕਿ ਤੁਸੀਂ ਹਰੇਕ ਟਾਈਮ 'ਤੇ ਜੇ ਮੈਂ ਤੁਹਾਨੂੰ ਗੱਲ ਕਰਾਂ ਵੀਟ ਦੇ ਉੱਪਰ ਹੀ ਨਹੀਂ ਤੁਸੀਂ ਡਿਪੈਂਡ ਰਹਿ ਸਕਦੇ, ਤੁਹਾਨੂੰ ਬਾਕੀ ਚੀਜ਼ਾਂ ਵੀ ਖਾਣੀਆਂ ਪੈਣੀਆਂ। ਬਾਕੀ ਚੀਜ਼ਾਂ ਮਤਲਬ ਇਹ ਨਾ ਹੋ ਗਿਆ ਕਿ ਵੀਟ ਮਤਲਬ ਸਾਡੇ ਉਰੇ ਵੀਟ ਪ੍ਰੋਡਕਸ਼ਨ ਸਭ ਤੋਂ ਜ਼ਿਆਦਾ ਹੁੰਦੀ ਹੈ ਨਾ, ਵੀਟ ਪ੍ਰੋਡਕਸ਼ਨ, ਰਾਈਸ ਦੀ ਪ੍ਰੋਡਕਸ਼ਨ ਸਭ ਤੋਂ ਜ਼ਿਆਦਾ ਹੁੰਦੀ ਹੈ। ਉਸਦਾ ਸਾਨੂੰ ਅਲਟਰਨੇਟਿਵ ਦੇਖਣ ਦੀ ਲੋੜ ਹੈ। ਅਲਟਰਨੇਟਿਵ ਦੇਖਣਾ ਮਤਲਬ ਕਿ ਬਾਕੀ ਥਾਂ ਤੋਂ ਵੀ ਇਨਕਮ ਆਉਣੀ ਸਟਾਰਟ ਹੋਣੀ ਚਾਹੀਦੀ ਹੈ, ਤਾਂ ਕਿ ਮਤਲਬ ਕਿ ਇਹਨਾਂ ਦੇ ਜਿਹੜੇ ਪ੍ਰਾਈਸਿਸ ਹੈ ਕੰਟਰੋਲ ਕੀਤੇ ਜਾ ਸਕਣ। ਸਮਝੇ? ਕਿਉਂਕਿ ਜੇ ਸਪੋਜ਼ ਕਰੋ ਇੱਕ ਪ੍ਰੋਡਕਟ ਦੀ ਡਿਮਾਂਡ ਵਧਦੀ ਜਾ ਰਹੀ ਹੈ ਤਾਂ ਆਲਰੇਡੀ ਇਹ ਪਿੱਛੋਂ ਮਹਿੰਗਾ ਹੋਏਗਾ ਹੀ ਹੋਏਗਾ। ਵੀਟ ਇੱਕ ਐਸੀ ਚੀਜ਼ ਹੈ ਜਿਹਦੀ ਡਿਮਾਂਡ ਤਾਂ ਹੈ ਹੀ ਹੈ। ਰਾਈਸ ਦੀ ਡਿਮਾਂਡ ਤਾਂ ਤੁਸੀਂ ਦੇਖੋ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਸਾਰੇ ਕਿੱਥੇ ਉਹਦੀ ਡਿਮਾਂਡ ਹੈ, ਕਿਤੇ ਨਾ ਕਿਤੇ ਹਰੇਕ ਘਰ 'ਚ ਰਾਈਸ ਤਾਂ ਬਣਦਾ ਹੀ ਬਣਦਾ। ਇਹ ਦੋਨੋਂ ਚੀਜ਼ਾਂ ਐਸੀਆਂ ਜੋ ਬੇਸਿਕ ਕਮੋਡਿਟੀ ਹੈ, ਅਤੇ ਇਹਨਾਂ ਦੇ ਰਾਈਸਿਸ ਹੋਣ ਦਾ ਕਾਰਨ ਇਹ ਹੈ ਕਿ ਇਹਦੀ ਪ੍ਰੋਡਕਸ਼ਨ ਨਹੀਂ ਹੁੰਦੀ ਹੈ, ਸਿਰਫ ਇਹਨਾਂ ਦੀ ਪ੍ਰੋਡਕਸ਼ਨ ਹੁੰਦੀ ਹੈ, ਬਾਕੀ ਚੀਜ਼ਾਂ ਦੀ ਪ੍ਰੋਡਕਸ਼ਨ ਹੁੰਦੀ ਹੀ ਨਹੀਂ। ਡਨ। ਹੁਣ ਆਪਾਂ ਦੂਜਾ ਟੌਪਿਕ ਦੇਖਾਂਗੇ ਵੈਜੀਟੇਰੀਅਨ ਡਾਈਟ। ਤਾਂ ਵੈਜੀਟੇਰੀਅਨ ਡਾਈਟ ਦਾ ਕੀ ਮਤਲਬ ਹੋਇਆ? ਕਹਿੰਦੇ ਇਟ ਇਜ਼ ਅ ਪਲਾਂਟ ਬੇਸਡ ਡਾਈਟ। ਅ ਵੈਜੀਟੇਰੀਅਨ ਪਰਸਨ ਅਬਸਟੇਨ ਫਰੋਮ ਦੀ ਐਨੀਮਲ ਡਿਰਾਈਵਡ ਪ੍ਰੋਡਕਟਸ। ਸਾਫ਼ ਪਤਾ ਲੱਗ ਰਿਹਾ ਕਿ ਵੈਜੀਟੇਰੀਅਨ ਡਾਈਟ ਦਾ ਕੀ ਮਤਲਬ ਹੁੰਦਾ ਕਿ ਉਹ ਜਿਹੜੇ ਐਨੀਮਲ ਡਿਰਾਈਵਡ ਪ੍ਰੋਡਕਟਸ ਉਸ ਤੋਂ ਦੂਰ ਰਹਿੰਦਾ, ਉਸ ਚੀਜ਼ ਦਾ ਕੰਜ਼ਿਊਮ ਹੀ ਨਹੀਂ ਕਰਦਾ। ਬਟ ਇਸ ਵਿੱਚ ਤੁਹਾਨੂੰ ਅੱਜ ਤੁਹਾਨੂੰ ਕੁਛ ਪਤਾ ਲੱਗੇਗਾ ਵੈਜੀਟੇਰੀਅਨ ਡਾਈਟ ਵਿੱਚ ਕਿ ਕੁਛ ਡਾਈਟ ਐਸੀਆਂ ਹੋਈਆਂ ਜਿਸ ਵਿੱਚ ਇਨਵੋਲਵਮੈਂਟ ਹੁੰਦੀ ਹੈ ਨੋਨ ਵੈਜ ਦੀ। ਕਿਵੇਂ ਹੁੰਦੀ ਹੈ ਉਹ ਤੁਹਾਨੂੰ ਮੈਂ ਦੱਸਾਂਗਾ। ਅਤੇ ਇਸ ਨੂੰ ਆਪਾਂ ਕਿਸ ਨਾਮ ਨਾਲ ਜਾਣਿਆ ਜਾਂਦਾ? ਕਹਿੰਦੇ ਇੱਕ ਵੈਜੀਟੇਰੀਅਨ ਡਾਈਟ ਹੁੰਦਾ ਅਤੇ ਵੈਜੀਟੇਰੀਅਨਿਜ਼ਮ ਹੁੰਦਾ। ਤਾਂ ਇਹਦੇ ਲੈਵਲ ਦੇਖੀਏ ਆਪਾਂ, ਅਤੇ ਕਹਿੰਦੇ ਇੱਕ ਹੁੰਦਾ ਵੇਗਨ ਡਾਈਟ ਕਹਿ ਲਓ। ਕਹਿੰਦੇ ਵੇਗਨ ਅਬਸਟੇਨ ਫਰੋਮ ਦੀ ਮੀਟ, ਪੋਲਟਰੀ, ਫਿਸ਼ ਐਂਡ ਆਲ ਐਨੀਮਲਸ ਡਰਾਈਵਡ ਪ੍ਰੋਡਕਟਸ। ਠੀਕ ਹੈ, ਉਹ ਕੀ ਕਰਦਾ ਹੈ? ਇੱਕ ਐਸੀ ਡਾਈਟ ਹੁੰਦੀ ਜਿਸ ਵਿੱਚ ਉਹ ਸਾਰੀ ਚੀਜ਼ਾਂ ਤੋਂ ਮਤਲਬ ਕਿ ਅਬਸਟੇਨ ਕਰਦਾ, ਭਾਵੇਂ ਉਹ ਜਿੰਨੇ ਵੀ ਚੀਜ਼ਾਂ ਨੇ ਐਨੀਮਲ ਨਾਲ ਰਿਲੇਟਿਡ ਜਿੰਨੀਆਂ ਵੀ ਚੀਜ਼ਾਂ ਨੇ ਉਹ ਸਾਰੀ ਚੀਜ਼ਾਂ ਤੋਂ ਅਬਸਟੇਨ ਕਰਦਾ। ਦੂਜਾ ਹੁੰਦਾ ਵੈਜੀਟੇਰੀਅਨ ਡਾਈਟ। ਇੱਕ ਹੁੰਦਾ ਵੈਜਨ ਡਾਈਟ, ਇੱਕ ਹੁੰਦਾ ਵੈਜੀਟੇਰੀਅਨ ਡਾਈਟ। ਉਹ ਕੀ ਹੁੰਦਾ? ਉਹ ਕੀ ਕਰੇਗਾ? ਕੁਝ ਸਮ ਐਨੀਮਲ ਡਰਾਈਵਡ ਪ੍ਰੋਡਕਟਸ ਨੂੰ ਕੰਜ਼ਿਊਮ ਕਰੇਗਾ ਹੀ ਕਰੇਗਾ। ਠੀਕ ਹੈ,
ਦੇ ਆਰ ਸੈਵਰਲ ਟਾਈਪਸ ਆਫ ਇਨਕਲੂਡਿੰਗ ਲੈਕਟੋ ਐਵੋ ਵੈਜੀਟੇਰੀਅਨਸ ਹੁੰਦੇ ਆ। ਮਤਲਬ ਕਿ ਦੇਖੋ ਤੁਹਾਨੂੰ ਦੇਖਣ 'ਚ ਪਤਾ ਲੱਗ ਰਿਹਾ ਇੱਕ ਟੋਟਲ ਪੂਰਾ ਪਿਓਰ ਡਾਈਟ ਹੈ, ਇਹ ਕੁਝ ਉਹ ਮਤਲਬ ਕਿ ਲੈ ਰਿਹਾ, ਕੁਛ ਲੈ ਰਿਹਾ, ਮਤਲਬ ਕਿ ਨੋਨ ਵੈਜ ਚੀਜ਼ਾਂ ਲੈ ਰਿਹਾ, ਉਹ ਕਿਸ 'ਚ ਆ ਜਾਂਦਾ, ਵੈਜੀਟੇਰੀਅਨ ਡਾਈਟ 'ਚ ਆ ਜਾਂਦਾ। ਤਾਂ ਉਸ ਵਿੱਚ ਕਿਹੜੀ ਕਿਹੜੀ ਹੋ ਸਕਦੀਆਂ, ਤਾਂ ਉਹਨੇ ਪਹਿਲੇ ਐਗਜ਼ਾਮਪਲ ਦਿੱਤੀ ਹੈ ਲੈਕਟੋ ਵੈਜੀਟੇਰੀਅਨਸ। ਇਸ ਵਿੱਚ ਕਿਹੜੇ ਕਿਹੜੇ ਪ੍ਰੋਡਕਟਸ ਲੈ ਸਕਦਾ, ਉਹ ਐਗਸ ਲੈ ਸਕਦਾ, ਠੀਕ ਹੈ, ਅਤੇ ਡਾਇਰੀ ਪ੍ਰੋਡਕਟਸ ਨੂੰ ਕੰਜ਼ਿਊਮ ਕਰ ਸਕਦਾ। ਅਤੇ ਦੂਜੇ ਹੁੰਦੇ ਇੱਕ ਲੈਕਟੋ ਵੈਜੀਟੇਰੀਅਨਸ, ਉਹ ਕੀ ਕਰਦੇ ਨੇ, ਉਹ ਫਿਸ਼, ਪੋਲਟਰੀ ਅਤੇ ਮੀਟ, ਐਗਸ ਤੋਂ ਤਾਂ ਦੂਰ ਰਹਿੰਦੇ ਨੇ, ਮਗਰ ਉਹ ਡਾਇਰੀ ਪ੍ਰੋਡਕਟਸ ਤੋਂ ਦੂਰ ਨਹੀਂ ਰਹਿੰਦੇ ਨੇ। ਦੈਨ ਓਵੋ ਵੈਜੀਟੇਰੀਅਨਸ ਕੀ ਹੁੰਦੇ ਨੇ, ਕਹਿੰਦੇ ਉਹ ਫਿਸ਼, ਪੋਲਟਰੀ, ਮੀਟ ਅਤੇ ਡਾਇਰੀ ਪ੍ਰੋਡਕਟਸ ਤੋਂ ਦੂਰ ਤਾਂ ਰਹਿੰਦੇ ਨੇ, ਬਟ ਉਹ ਐਗਸ ਕੰਜ਼ਿਊਮ ਕਰਦੇ ਨੇ। ਸੈਮੀ ਵੈਜੀਟੇਰੀਅਨਸ ਕੌਣ ਹੁੰਦੇ ਨੇ, ਕਹਿੰਦੇ ਉਹ ਕੰਜ਼ਿਊਮ ਆਲ ਫੂਡਸ ਕਰਦੇ ਨੇ ਇੰਕਲੂਡਿੰਗ ਫਿਸ਼, ਪੋਲਟਰੀ, ਬਟ ਅਬਸਟੇਨ ਕਰਦੇ ਨੇ ਰੈੱਡ ਮੀਟ ਤੋਂ। ਡਨ। ਰੈੱਡ ਮੀਟ ਬਾਰੇ ਤੁਹਾਨੂੰ ਮੈਂ ਦੱਸਿਆ ਸੀ ਨਾ ਕਿ ਇਹਦੇ ਨਾਲ ਹਾਈਪਰਟੈਂਸ਼ਨ ਵੱਧ ਜਾਂਦੀ ਹੈ, ਸਮਝੇ। ਉਸ ਤੋਂ ਬਾਅਦ ਕਹਿੰਦੇ ਵੈਜੀਟੇਰੀਅਨ ਡਾਈਟ ਵਟ ਫੋਰ, ਕਿਹਨਾਂ ਲਈ ਹੈ, ਮਤਲਬ ਕਾਹਦੇ ਲਈ ਹੈ, ਇਹ ਹੈਲਥ ਬੈਨੀਫਿਟਸ ਹੈ, ਇਹਦੇ ਰਿਲੀਜੀਅਸ ਬਿਲੀਫਸ ਹੈ, ਕਈਆਂ ਦੇ ਹੈ ਹੀ ਹੈ ਰਿਲੀਜੀਅਸ ਬਿਲੀਫਸ, ਮਗਰ ਆਪਾਂ ਉਹਦੇ ਸਿਰਫ ਫੈਕਚੁਅਲ ਗੱਲਾਂ ਕਰਾਂਗੇ, ਠੀਕ ਹੈ। ਐਨਵਾਇਰਮੈਂਟਲ ਕੰਸਰਨਸ ਤਾਂ ਹੈ ਹੀ ਹੈ, ਐਨੀਮਲ ਰਾਈਟਸ ਹੈ ਕਿ ਇਹਨਾਂ ਐਨੀਮਲਸ ਨੂੰ ਮਾਰਿਆ ਜਾਂਦਾ, ਉਹਨਾਂ ਦੇ ਰਾਈਟਸ ਨਹੀਂ ਹੈ, ਉਹਨਾਂ ਦਾ ਜੀਣ ਦਾ ਆਧਾਰ ਨਹੀਂ ਹੈ, ਠੀਕ ਹੈ। ਫਾਈਨੈਂਸ਼ੀਅਲ ਰੀਜ਼ਨਸ ਲਾ ਲਓ, ਇਨਐਬਿਲਿਟੀ ਟੂ ਅਫੋਰਡ ਫॉर ਮੀਟ, ਕਈਆਂ ਨੂੰ ਮੀਟ ਅਫੋਰਡ ਨਹੀਂ ਕਰ ਪਾਉਂਦੇ, ਠੀਕ ਹੈ, ਤਾਂ ਉਹਨਾਂ ਨੂੰ ਵੈਜੀਟੇਰੀਅਨ ਡਾਈਟ ਵੱਲ ਹੀ ਜਾਣਾ ਪੈਂਦਾ। ਜੇ ਇਹਦੇ ਮੈਂ ਪ੍ਰੋਸ ਦੇਖਾਂ ਵੈਜੀਟੇਰੀਅਨ ਦੇ, ਤਾਂ ਜੇ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ, ਕਹਿੰਦੇ ਕੰਪੇਅਰ ਟੂ ਨੋਨ ਵੈਜੀਟੇਰੀਅਨਸ ਕੰਜ਼ਿਊਮ ਦੀ ਲੈਸ ਸੈਚੂਰੇਟਿਡ ਫੈਟ। ਉਹਦਾ ਪਤਾ ਲੱਗ ਹੀ ਰਿਹਾ ਕਿ ਵੈਜੀਟੇਰੀਅਨ ਘੱਟ ਫੈਟ ਕੰਜ਼ਿਊਮ ਕਰਦੇ ਨੇ, ਠੀਕ ਹੈ। ਕੋਲੇਸਟਰੋਲ ਲੈਵਲ ਉਹਨਾਂ ਦਾ ਘੱਟ ਹੁੰਦਾ ਅਤੇ ਉਹਨਾਂ ਨੂੰ ਸਫੀਸ਼ੀਐਂਟ ਵਿਟਾਮਿਨਸ ਮਿਲਦੇ ਨੇ, ਜਿਵੇਂ ਮਿਨਰਲਸ, ਫਾਈਬਰ, ਠੀਕ ਹੈ। ਐਜ਼ ਅ ਰਿਜ਼ਲਟ ਦੇ ਕੈਨ ਰੀਪ ਅ ਮਲਟੀਟਿਊਡ ਆਫ ਹੈਲਥ ਬੈਨੀਫਿਟਸ ਇੰਕਲੂਡਿੰਗ ਲੈਸ ਹਾਰਮਫੁਲ ਕੋਲੇਸਟਰੋਲ ਹੁੰਦਾ, ਲੋ ਬਲੱਡ ਪ੍ਰੈਸ਼ਰ ਹੁੰਦਾ, ਵੇਟ ਲੋਸ ਹੁੰਦਾ। ਸੋ ਦਿਸ ਬੈਨੀਫਿਟ ਕੀ ਕਰਦੇ ਨੇ, ਰਿਡਿਊਸ ਕਰਦੇ ਨੇ ਕ੍ਰੋਨਿਕ ਡਿਸੀਜ਼ਸ ਨੂੰ। However, these benefits may not be associated with the vegetarian diet per se, but with the healthy lifestyle usually followed by vegetarians, exercise, non-smoking. Some studies have concluded that vegetarians are less likely to suffer from some diseases. ਕਿਹੜੀਆਂ ਹਾਰਟ ਡਿਸੀਜ਼ਸ ਤੋਂ ਜਿਹੜੇ ਵੈਜੀਟੇਰੀਅਨਸ ਉਹ ਘੱਟ ਸਫਰ ਕਰਦੇ ਨੇ, ਕੈਂਸਰ ਤੋਂ, ਟਾਈਪ 2 ਡਾਇਬਟੀਜ਼ ਤੋਂ। ਡਨ। ਹੁਣ ਦੇ ਕੁਝ ਕੌਨਸ ਵੀ ਨੇ ਕਿ ਮੰਨ ਲਓ ਕਿ ਆਪਾਂ ਵੈਜੀਟੇਰੀਅਨ ਡਾਈਟ ਆ, ਤਾਂ ਸਾਨੂੰ ਕੁਛ ਲੈਕਟੋ ਔਰ ਓਵੋ ਵੈਜੀਟੇਰੀਅਨਸ ਓਫਨ ਗੈਟ ਦੀ ਸਫੀਸ਼ੀਐਂਟ ਪ੍ਰੋਟੀਨ, ਉਹਨਾਂ ਨੂੰ ਤਾਂ ਸਫੀਸ਼ੀਐਂਟ ਪ੍ਰੋਟੀਨ ਮਿਲ ਹੀ ਜਾਂਦਾ ਹੈ ਡਾਇਰੀ ਪ੍ਰੋਡਕਟਸ ਔਰ ਐਗਸ ਤੋਂ, ਬਟ ਜਿਹੜੇ ਅਦਰ ਵੈਜੀਟੇਰੀਅਨ ਗਰੁੱਪਸ ਨੇ ਉਹ ਨਹੀਂ ਲੈ ਪਾਉਂਦੇ ਇਸ ਚੀਜ਼ ਦਾ, ਠੀਕ ਹੈ, ਉਹਨਾਂ ਨੂੰ ਐਨੀਮਲ ਪ੍ਰੋਟੀਨ ਨਹੀਂ ਮਿਲ ਪਾਉਂਦਾ, ਤਾਂ ਇਹ ਇੱਕ ਉਹਦਾ ਡਿਸਐਡਵਾਂਟੇਜਸ ਹੋ ਸਕਦਾ ਹੈ। ਵਿਟਾਮਿਨ B12 ਹੈ, ਉਹ ਸਾਨੂੰ ਨੋਨ ਵੈਜ ਤੋਂ ਹੀ ਮਿਲਦਾ ਹੈ, ਠੀਕ ਹੈ। ਜੇ ਸਾਨੂੰ ਇਹ ਨੋਨ ਵੈਜ ਤੋਂ ਮਿਲਦਾ ਹੈ ਤਾਂ ਅਸੀਂ ਇਸ ਚੀਜ਼ ਤੋਂ ਵਾਂਝੇ ਰਹਿ ਜਾਂਦੇ ਹਾਂ, ਤਾਂ ਇਸ ਚੀਜ਼ ਦੀ ਵੀ ਸਾਡੇ ਐਡਵਾਂਟੇਜਸ ਹੋ ਸਕਦੀ ਹੈ, ਠੀਕ ਹੈ। ਕਿਉਂਕਿ ਇਸ ਵਿੱਚ ਲੈਕਟੋ ਅਤੇ ਓਵੋ ਵੈਜੀਟੇਰੀਅਨਸ ਤਾਂ ਲੈ ਪਾਉਂਦੇ ਨੇ, ਜਿਹੜੇ ਬਾਕੀ ਵੈਜੀਟੇਰੀਅਨਸ ਜਿਹੜੇ ਤੁਹਾਨੂੰ ਉੱਪਰ ਗੱਲ ਕੀਤੀ ਸੀ, ਆਹ ਦੇਖੋ, ਜਿਹੜੇ ਲੈਕਟੋ ਅਤੇ ਓਵੋ ਵੈਜੀਟੇਰੀਅਨਸ ਤਾਂ ਲੈ ਪਾਉਂਦੇ ਨੇ, ਕੁਛ ਪ੍ਰੋਡਕਟਸ ਲੈ ਪਾਉਂਦੇ ਨੇ, ਠੀਕ ਹੈ, ਬਟ ਬਾਕੀ ਜਿਹੜੇ ਨੇ ਉਹ ਨਹੀਂ ਲੈ ਪਾਉਂਦੇ, ਤਾਂ ਉਹਨਾਂ ਲਈ ਡਿਸਐਡਵਾਂਟੇਜਸ ਹੈ। ਆਇਰਨ ਦੀ ਕਮੀ, ਵਿਟਾਮਿਨ C, ਪਲਾਂਟ ਬੇਸ ਆਇਰਨ ਹੈ, ਠੀਕ ਹੈ, ਤਾਂ ਫੈਟਿਕ ਐਸਿਡ ਰਿਡਿਊਸ ਹੋ ਜਾਂਦਾ ਹੈ। ਤਾਂ ਫੈਟਿਕ ਐਸਿਡ ਜਿਹੜਾ ਹੁੰਦਾ ਹੈ ਫਾਊਂਡ ਇਨ ਹੋਲ ਗ੍ਰੇਨ ਫੂਡਸ ਹੁੰਦਾ, ਬੀਨਸ, ਲੈਂਟਿਲਸ, ਨਟਸ ਐਕਸੈਕਟਰਾ। ਜ਼ਿੰਕ ਦੀ ਆਪਾਂ ਨੂੰ ਦੇਖਣ ਨੂੰ ਮਿਲਦਾ, ਤੁਹਾਨੂੰ ਮੈਂ ਕਿਹਾ ਸੀ ਕਿ ਜ਼ਿੰਕ ਤਾਂ ਹੋਣਾ ਜ਼ਰੂਰੀ ਹੈ। ਇਹ ਤਿੰਨ ਟੌਪ ਚੀਜ਼ਾਂ ਜਿਨ੍ਹਾਂ ਦੀ ਲੈਕਨੈਸ ਹੁੰਦੀ ਹੈ, ਜਿਨ੍ਹਾਂ ਕਰਕੇ ਬਹੁਤ ਸਾਰੇ ਲੋਕ ਆਪਣੇ ਡਿਵੈਲਪਿੰਗ ਕੰਟਰੀ ਵਿੱਚ ਮਾਰੇ ਜਾ ਰਹੇ ਨੇ, ਠੀਕ ਹੈ। ਓਮੇਗਾ 3 ਦੀ ਤੁਹਾਨੂੰ ਪਤਾ ਹੀ ਹੈ, ਹੁਣ ਇਹ ਨਾ ਪੁੱਛਣਾ ਕਿ ਓਮੇਗਾ 3 ਕਿਸ 'ਚ ਮਿਲਦਾ, ਕਿਸ ਵਿੱਚ ਨਹੀਂ ਮਿਲਦਾ। ਹੁਣ ਜੇ ਮੈਂ ਤੁਹਾਨੂੰ ਗੱਲ ਕਰਾਂ ਡਾਇਟਰੀ ਸਪਲੀਮੈਂਟਸ ਕੀ ਹੋ ਸਕਦੇ ਨੇ, ਕਹਿੰਦੇ ਉਹ ਜਿਹੜਾ ਪਰਸਨ ਫੁੱਲ ਵੈਲ ਪਲੈਨਡ ਵੈਜੀਟੇਰੀਅਨ ਡਾਇਟ ਹੀ ਫੋਲੋ ਕਰ ਰਿਹਾ ਵਿਲ ਗੈਟ ਦੀ ਐਡਿਕਿਊਟ ਇਨ ਇਨਟੇਕ ਆਫ ਦੀ ਵਿਟਾਮਿਨਸ ਐਂਡ ਮਿਨਰਲਸ। Nevertheless, vegetarians are recommended to take the vitamin supplement to ensure get the sufficient proteins. So this is particularly true for children since vitamins are essential for growth. Ask your doctor or a nutritionist to determine the what supplements are best to suit you. ਮੈਂ ਉਹੀ ਗੱਲ ਆ ਗਿਆ, ਨਿਊਟ੍ਰੀਸ਼ਨਸ ਨੂੰ, ਡਾਕਟਰਸ ਨੂੰ ਤੁਹਾਨੂੰ ਪੁੱਛਣਾ ਚਾਹੀਦਾ ਕਿ ਤੁਹਾਡੇ ਕਿਸ ਚੀਜ਼ ਦੀ ਕਮੀ ਹੈ, ਤੁਹਾਨੂੰ ਕੀ ਚੀਜ਼ ਲੈਣੀ ਚਾਹੀਦੀ ਹੈ, ਕੀ ਚੀਜ਼ ਨਹੀਂ ਲੈਣੀ ਚਾਹੀਦੀ। ਦੈਨ ਤੇ ਚਿਲਡਰਨ ਐਂਡ ਦੀ ਵੈਜੀਟੇਰੀਅਨ ਡਾਇਟ ਦੀ ਗੱਲ ਕਰਾਂ, ਕਹਿੰਦੇ ਚਿਲਡਰਨ ਕੈਨ ਫੋਲੋ ਦੀ ਵੈਜੀਟੇਰੀਅਨ ਡਾਇਟ ਬਟ ਦੇ ਕਾਂਟ ਡੂ ਸੋ ਵਿਦਾਊਟ ਦੀ ਹੈਲਪ ਆਫ ਦੀ ਅਡਲਟਸ। ਉਹ ਅਡਲਟਸ ਤੋਂ ਬਿਨਾਂ ਨਹੀਂ ਕਰ ਸਕਦੇ ਉਹ। Children need help to ensure get all the nutritional needs for their of their body development, so they need also make up the nutrients typically found in the animal sources. ਸੋ ਚੀਜ਼ ਦੇਖਣੀ ਪੈਂਦੀ ਹੈ, ਬੈਲੈਂਸ ਤਾਂ ਕਰਨਾ ਹੀ ਪੈਂਦਾ। ਕਈਆਂ ਦੇ ਰਿਲੀਜੀਅਸ ਬਿਲੀਫ ਹੁੰਦੇ ਆ, ਉਹ ਇਸ ਚੀਜ਼ ਨੂੰ ਨਹੀਂ ਲੈਂਦੇ, ਨੋਨ ਵੈਜ ਨੂੰ ਨਹੀਂ ਲੈਂਦੇ। ਜੇ ਮੈਂ ਤੁਹਾਨੂੰ ਫੈਕਚੁਅਲ ਗੱਲਾਂ ਕਰਾਂ ਤਾਂ ਫੈਕਚੁਅਲ ਗੱਲਾਂ ਵਿੱਚ ਨੋਨ ਵੈਜ ਵੀ ਆਉਂਦਾ, ਵੈਜ ਵੀ ਆਉਂਦਾ, ਮਤਲਬ ਤੁਸੀਂ ਬੈਲੈਂਸ ਕਰ ਸਕਦੇ ਹੋ। ਮੈਂ ਜਿਵੇਂ ਤੁਹਾਨੂੰ ਉੱਪਰ ਡੈਫੀਨੇਸ਼ਨ ਦੱਸੀਆਂ ਸੀ ਵੈਜੀਟੇਰੀਅਨਸ ਦੀਆਂ, ਤਾਂ ਉਸ ਵਿੱਚ ਤੁਸੀਂ ਕਿਸੇ ਵੀ ਚੀਜ਼ ਦਾ ਪਾਰਟ ਬਣ ਸਕਦੇ ਹੋ। ਡਨ। ਅਤੇ ਪ੍ਰੈਗਨੈਂਸੀ ਵਕਤ ਅਤੇ ਬ੍ਰੈਸਟ ਫੀਡਿੰਗ ਵਕਤ ਵੈਜੀਟੇਰੀਅਨ ਡਾਇਟ ਤੁਹਾਡੀ ਸਹੀ ਹੋਣੀ ਚਾਹੀਦੀ ਹੈ। ਕਿਸ ਤਰ੍ਹਾਂ ਬੈਲੈਂਸ ਡਾਇਟ ਵਰਤਣੀ ਚਾਹੀਦੀ ਹੈ, ਠੀਕ ਹੈ। ਹੈਲਥੀ ਡਾਇਟ ਟੂ ਮੇਨਟੇਨ ਦੇਅਰ ਹੈਲਥ ਐਜ਼ ਵੈਲ ਐਜ਼ ਹੈਲਥ ਐਂਡ ਸਾਊਂਡ ਗਰੋਥ ਆਫ ਦੇਅਰ ਬੇਬੀਜ਼। ਸੋ ਦਿਸ ਇਜ਼ ਵਾਈ ਦਾ ਡਾਈਵਰਸ ਐਂਡ ਬੈਲੈਂਸ ਡਾਇਟ ਇਜ਼ ਕ੍ਰੂਸ਼ੀਅਲ during pregnancy. A vegetarian pregnant woman should pay close attention to the getting adequate intake of iron,
ਤੇ ਵਿਟਾਮਿਨ B12 ਪ੍ਰੋਫਿਊਸਲੀ ਫਾਊਂਡ ਇਨ ਮੀਟ ਐਂਡ ਫਿਸ਼, ਸੋ ਐਜ਼ ਵੈਲ ਐਜ਼ ਵਿਟਾਮਿਨ D। ਸੋ ਉਹਦੇ ਗੱਲ ਇਹ ਆਖੀ ਹੈ ਕਿ ਤੁਸੀਂ ਫੈਕਚੁਅਲ ਜਾ ਕੇ ਇਹ ਨਾ ਹੋਵੇ ਕਿ ਤੁਸੀਂ ਕੋ ਮੈਂ ਇਕੱਲਾ ਨੋਨ ਵੈਜੀਟੇਰੀਅਨ ਹੀ ਬਣਨਾ ਜਾਂ ਪੂਰਾ ਵੈਜੀਟੇਰੀਅਨ ਹੀ ਬਣਨਾ। ਇਹਦਾ ਵਿਚਲਾ ਰਸਤਾ ਅਪਣਾਓ ਯਾਰ, ਬੈਲੈਂਸ ਅਪਰੋਚ ਚੱਕੋ, ਕੁਝ ਚੀਜ਼ਾਂ ਉਰੋਂ ਚੱਕੋ, ਕੁਝ ਚੀਜ਼ਾਂ ਉਰੋਂ ਚੱਕੋ, ਉਹਨੂੰ ਜੋੜੋ ਅਤੇ ਆਪਣੇ ਹੈਲਥ ਦਾ ਧਿਆਨ ਰੱਖੋ। ਗਾਈਡੈਂਸ ਕੀ ਹੋ ਸਕਦੀਆਂ ਵੈਜੀਟੇਰੀਅਨਸ ਦੀਆਂ? ਕਹਿੰਦੇ ਆਪਣੇ ਡਾਇਵਰਸੀਫਾਈ ਕਰੋ ਆਪਣੀ ਡਾਈਟ ਨੂੰ। ਕਹਿੰਦੇ ਗੈਟ ਐਟ ਲੀਸਟ 5 meals of diverse fruits and vegetables a day. Make sure they consume the foods rich in fiber to improve the digestion and avoid the constipation. Then include the carbohydrates in such foods, potatoes, rice, macaroni, etc. is your meals, and as much as possible choose the whole grain products. Eat starchy foods, example rice, wheats, potatoes. So ਇਹ ਤਾਂ I think ਇਹ ਪਤਾ ਹੀ ਹੈ ਤੁਹਾਨੂੰ, ਰਿਚ ਨੇ ਆਪਣੇ ਆਪ 'ਚ ਪ੍ਰੋਟੀਨ ਵਿੱਚ, ਠੀਕ ਹੈ। ਸੋ ਮਿਲਕ ਪ੍ਰੋਡਕਟਸ ਜ਼ਰੂਰ ਲੈਣੇ ਚਾਹੀਦੇ, ਮਿਲਕ ਸਬਸਟੀਟਿਊਟਸ ਜ਼ਰੂਰ ਲੈਣੇ ਚਾਹੀਦੇ, ਸੋਇਆ ਮਿਲਕ, ਓਟ ਮਿਲਕ, ਠੀਕ ਹੈ। ਸੋ ਇਹਨਾਂ 'ਚ ਕੈਲਸ਼ੀਅਮ ਹੁੰਦਾ, ਤੁਹਾਡੀ ਬੋਨ ਲਈ ਬਹੁਤ ਅੱਛਾ ਹੈ। ਡਨ। ਸੋ ਅੱਜ ਆਪਾਂ ਨੇ 2 ਟੌਪਿਕ ਪੜ੍ਹੇ ਨੇ। ਸੋ ਇਹ ਤੁਹਾਨੂੰ ਪਤਾ ਕੀ ਕਰਨਾ ਨੇ, ਜੇ ਬਾਈ ਚਾਂਸ ਤੁਹਾਨੂੰ ਇਹਦੇ PDF ਟਾਈਮ 'ਤੇ ਅਵੇਲੇਬਲ ਨਹੀਂ ਵੀ ਹੋ ਪਾਉਂਦੇ ਨਾ, ਤੁਸੀਂ ਇਹਨਾਂ ਦੇ ਨੋਟਸ ਬਣਾਓ। ਇਹ ਨੋਟਸ ਬਣਾਉਣੇ ਕੋਈ ਔਖੇ ਨਹੀਂ, ਨੋਟਸ ਜ਼ਰੂਰ ਬਣਾਓ। ਨੋਟਸ ਬਣਾਉਂਦੇ ਜਾਓਗੇ ਤੁਹਾਡਾ ਹੀ ਫਾਇਦਾ ਹੁੰਦਾ ਜਾਏਗਾ। ਹੈਲਥ ਅਵੇਅਰਨੈਸ ਦੇ ਲੈਕਚਰ ਆ, ਸੀਰੀਜ਼ ਹੈ ਸਾਰੀ। ਇਹ 11 ਵਜੇ ਲੈਕਚਰ ਆਇਆ ਕਰਨਗੇ, ਠੀਕ ਹੈ, ਡੇਲੀ, ਮੰਡੇ ਟੂ ਫਰਾਈਡੇ। ਅਤੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ, ਤੁਹਾਨੂੰ ਨੋਟੀਫਿਕੇਸ਼ਨ ਮਿਲੇਗਾ, ਤੁਹਾਨੂੰ ਪਤਾ ਲੱਗੇਗਾ ਹਰ ਇੱਕ ਚੀਜ਼ ਦਾ। ਅਤੇ ਇਸ ਨੂੰ ਵੱਧ ਤੋਂ ਵੱਧ ਸਪੋਰਟ ਕਰੋ, ਕਮੈਂਟ ਕਰੋ, ਪੁੱਛੋ ਜੇ ਕੁਝ ਨਹੀਂ ਸਮਝ ਆ ਰਿਹਾ, ਸਪੋਰਟ ਕਰੋ, ਲਾਈਕ ਕਰੋ, ਦੈਨ ਵੱਧ ਤੋਂ ਵੱਧ ਸ਼ੇਅਰ ਕਰੋ, ਬੱਚਿਆਂ ਤੱਕ ਪਹੁੰਚਾਓ ਯਾਰ ਕਿ ਬੋਰਡ ਅਟੈਂਡੈਂਟ ਦੀ ਪੋਸਟਾਂ ਆ ਚੁੱਕੀਆਂ ਨੇ ਅਤੇ ਅਸੀਂ ਤਿਆਰੀ ਕਰ ਰਹੇ ਹਾਂ, ਅਸੀਂ ਨੋਟਸ ਬਣਾ ਰਹੇ ਹਾਂ, ਤੁਸੀਂ ਵੀ ਬਣਾਓ, ਦੂਜਿਆਂ ਦਾ ਵੀ ਭਲਾ ਕਰੋ, ਵੱਧ ਤੋਂ ਵੱਧ ਦੇਖਿਆ ਕਰੋ, ਕਿਉਂਕਿ ਤੁਹਾਡੇ ਲਈ ਬਣਾ ਰਿਹਾ ਮੈਂ, ਠੀਕ ਹੈ ਨਾ। ਐਸਾ ਤਾਂ ਹੈ ਨਹੀਂ ਕਿ ਮੈਂ ਤੁਹਾਡੇ ਲਈ ਨਹੀਂ ਬਣਾ ਰਿਹਾ। ਸੋ ਟੇਕ ਕੇਅਰ, ਥੈਂਕ ਯੂ ਵੈਰੀ ਮਚ।